ਕਾਦੀਆਂ ਸਾਹਿਬ ਅੱਜ 11ਵੇਂ ਗੇੜ ਦੀ ਮੀਟਿੰਗ ਹੋਣ ਜਾ ਰਹੀ ਹੈ। ਕਿਵੇਂ ਵੇਖਦੇ ਹੋ, ਕੋਈ ਹੱਲ ਹੁੰਦਾ ਨਜ਼ਰ ਆ ਰਿਹਾ? ਹਾਲਾਂਕਿ ਗੱਲਾਂ ਤਾਂ ਹੀ ਹੋ ਰਹੀਆਂ ਵੀ ਲੱਗਦਾ ਨਹੀਂ ਵੀ ਹੱਲ। 10ਵੇਂ ਗੇੜ ਦੀ ਮੀਟਿੰਗ 'ਚ ਪਹਿਲੀ ਵਾਰ ਕਿਤੇ ਸਰਕਾਰ ਮਾੜਾ ਮੋਟਾ ਬੋਲੀ ਤੇ ਆਪਦੀ ਪ੍ਰਪੋਜ਼ਲ ਦਿੱਤੀ ਹੈ। ਉਹ ਪ੍ਰਪੋਜ਼ਲ ਨੂੰ ਸਾਡੀ ਕੱਲ ਮੰਥਨ ਕਰਕੇ ਕਰਾ ਦਿੱਤਾ ਗਿਆ। ਇਹ ਗੱਲਾਂ ਇਹ ਵੀ ਆਈਆਂ ਵੀ ਕੁਝ ਜਥੇਬੰਦੀਆਂ ਨੇ ਦਲੀਲ ਵੀ ਦਿੱਤੀ ਸੀ ਵੀ ਚਲੋ ਜੇ 1.5 ਸਾਲ ਕਹਿੰਦੇ ਆ ਤਾਂ 6 ਸਾਲ 5 ਸਾਲ ਦੇ ਲਈ ਉਹਨਾਂ ਨੂੰ ਕਹਿ ਦਿਓ ਜਦ ਤੱਕ ਸਰਕਾਰ ਹੈ ਵੀ ਉਦੋਂ ਤੱਕ ਤੁਸੀਂ ਨਹੀਂ ਛੇੜੋਗੇ, ਸਸਪੈਂਡ ਕਰ ਦਿਓ, ਉਦੋਂ ਤੱਕ ਸਸਪੈਂਡ ਕਰ ਦਿਓ। ਵੀ ਗੱਲਾਂ ਇਹ ਹੋਈਆਂ ਕਿ ਇਹ ਗੱਲਾਂ ਬਲਕਿ ਵਾਜਬ ਹੈ, ਇਹ ਗੱਲਾਂ ਹੋ ਸਕਦੀਆਂ ਨੇ ਵੀ ਜਦੋਂ ਤੱਕ ਸਰਕਾਰ ਹੈ ਜੀ ਤਾਂ ਉਦੋਂ ਤੱਕ ਤੁਸੀਂ ਨਹੀਂ ਉਹ ਕਰੋ। ਇਹ ਗੱਲ ਇਹ ਵੀ ਆ, ਨਰਿੰਦਰ ਤੋਮਰ ਨੇ ਇਹ ਵੀ ਕਿਹਾ ਸੀ ਬਾਅਦ ਦੇ ਵਿੱਚ ਜਿਹੜੇ ਹੈਗੇ ਆ ਕੁਝ ਜਿਹੜੇ ਜਦੋਂ ਉਹਨਾਂ ਨੇ ਦੱਸੀਆਂ ਗੱਲਾਂ ਵੀ MSP ਦੇ ਉੱਤੇ ਜਾਂ ਕਾਨੂੰਨਾਂ ਬਾਰੇ ਵੀ ਬਾਅਦ ਦੇ ਵਿੱਚ ਵੀ ਆਪਾਂ ਦੇਖਾਂਗੇ ਜਿਹੜੇ ਇਹ ਕਿਸ ਉਹਦੇ ਢੰਗ ਦੇ ਨਾਲ ਚੱਲ ਰਿਹਾ ਮੋਰਚਾ। ਇਹ ਉਸ ਚੀਜ਼ ਦਾ ਜਥੇਬੰਦੀਆਂ ਦੇ ਉੱਤੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਵੀ ਆ ਵੀ ਜੇ ਅਸੀਂ ਬਿਨਾਂ ਰੱਦ ਕਰਵਾਏ ਤੋਂ ਵਾਪਸ ਚੱਲ ਗਏ ਤੇ ਕੱਲ੍ਹ ਨੂੰ ਸਾਡੇ ਕੁਛ ਨਾ ਕੁਛ ਸਰਕਾਰ ਸਾਡੇ ਖਿਲਾਫ ਮੋਰਚਾ ਖੋਲ੍ਹ ਕੇ ਬੈਠ ਗਈ ਤੇ ਲੋਕਾਂ ਨੇ ਸਾਡੇ ਨਾਲ ਖੜਨਾ ਨਹੀਂ। ਜੇ ਪ੍ਰੈਸ਼ਰ ਹੁੰਦਾ ਤਾਂ 120 ਦਿਨ ਪਹਿਲਾਂ ਘਰੋਂ ਕਿਉਂ ਨਿਕਲਦੇ? ਇਹ ਆਪਦੇ ਹੱਕ ਲੈਣ ਲਈ ਗੱਲ ਕਰ ਰਹੇ ਆ। ਇੱਥੇ ਇਹ ਜਿਹੜੀਆਂ ਗੱਲਾਂ ਤੁਸੀਂ ਪੁੱਛ ਰਹੇ ਹੋ ਇਹ ਰਾਜਨੀਤਿਕ ਹੁੰਦੀਆਂ ਨੇ ਵੀ ਲੋਕ ਕੀ ਸੋਚਣਗੇ। ਅਸੀਂ ਕਿਹੜਾ ਵੋਟਾਂ ਲੈਣੀਆਂ ਜਾ ਕੇ, ਰਾਜਨੀਤੀ ਪਾਰਟੀਆਂ ਨੇ ਵੋਟਾਂ ਲੈਣੀਆਂ ਹੁੰਦੀਆਂ। ਅਸੀਂ ਆਪਣੇ ਹੱਕ ਲੈਣੇ ਨੇ। ਫੂਲ ਸਾਹਿਬ ਇਹੀ ਕਹਿ ਕੇ ਗਏ ਆ ਜੀ। ਕਿਸਾਨ ਜਥੇਬੰਦੀਆਂ ਅੱਜ 11ਵੇਂ ਗੇੜ ਦੀ ਮੀਟਿੰਗ ਦੇ ਲਈ ਜਾ ਰਹੀਆਂ ਨੇ ਤੇ ਸਾਡੇ ਨਾਲ ਇਸ ਵੇਲੇ ਹਰਮੀਤ ਸਿੰਘ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਮੌਜੂਦ ਨੇ। ਕਾਦੀਆਂ ਸਾਹਿਬ ਅੱਜ 11ਵੇਂ ਗੇੜ ਦੀ ਮੀਟਿੰਗ ਹੋਣ ਜਾ ਰਹੀ ਹੈ। ਕਿਵੇਂ ਵੇਖਦੇ ਹੋ, ਕੋਈ ਹੱਲ ਹੁੰਦਾ ਨਜ਼ਰ ਆ ਰਿਹਾ? ਹਾਲਾਂਕਿ ਗੱਲਾਂ ਤਾਂ ਹੀ ਹੋ ਰਹੀਆਂ ਵੀ ਲੱਗਦਾ ਨਹੀਂ ਵੀ ਹੱਲ। 10ਵੇਂ ਗੇੜ ਦੀ ਮੀਟਿੰਗ 'ਚ ਪਹਿਲੀ ਵਾਰ ਕਿਤੇ ਸਰਕਾਰ ਮਾੜਾ ਮੋਟਾ ਬੋਲੀ ਤੇ ਆਪਦੀ ਪ੍ਰਪੋਜ਼ਲ ਦਿੱਤੀ ਹੈ। ਉਹ ਪ੍ਰਪੋਜ਼ਲ ਨੂੰ ਸਾਡੀ ਕੱਲ ਮੰਥਨ ਕਰਕੇ ਕਰਾ ਦਿੱਤਾ ਗਿਆ। ਰਿਪੀਲ ਤੋਂ ਥੱਲੇ ਕੋਈ ਇਹਦਾ ਸਮਝੌਤਾ ਨਹੀਂ ਹੈ। ਇਹ ਰਿਪੀਲ ਹੀ ਸਾਡਾ ਇਲਾਜ ਹੈ। ਇਹ ਗੱਲਾਂ ਇਹ ਵੀ ਆਈਆਂ ਵੀ ਕੁਝ ਜਥੇਬੰਦੀਆਂ ਨੇ ਦਲੀਲ ਵੀ ਦਿੱਤੀ ਸੀ ਵੀ ਚਲੋ ਜੇ 1.5 ਸਾਲ ਕਹਿੰਦੇ ਆ ਤਾਂ 6 ਸਾਲ 5 ਸਾਲ ਦੇ ਲਈ ਉਹਨਾਂ ਨੂੰ ਕਹਿ ਦਿਓ ਜਦ ਤੱਕ ਸਰਕਾਰ ਹੈ ਵੀ ਉਦੋਂ ਤੱਕ ਤੁਸੀਂ ਨਹੀਂ ਛੇੜੋਗੇ, ਸਸਪੈਂਡ ਕਰ ਦਿਓ, ਉਦੋਂ ਤੱਕ ਸਸਪੈਂਡ ਕਰ ਦਿਓ। ਵੀ ਗੱਲਾਂ ਇਹ ਹੋਈਆਂ ਕਿ ਇਹ ਗੱਲਾਂ ਬਲਕਿ ਵਾਜਬ ਹੈ, ਇਹ ਗੱਲਾਂ ਹੋ ਸਕਦੀਆਂ ਨੇ ਵੀ ਜਦੋਂ ਤੱਕ ਸਰਕਾਰ ਹੈ ਜੀ ਤਾਂ ਉਦੋਂ ਤੱਕ ਤੁਸੀਂ ਨਹੀਂ ਉਹ ਕਰੋ। ਨਹੀਂ, ਜਿਹੜੀ ਉਹ ਦਲੀਲ ਨੇ ਜਾਂ ਹੋਰ ਡਿਸਕਸ਼ਨ ਹਰ ਚੀਜ਼ ਦੀ ਹੁੰਦੀ ਆ ਤੇ ਜੇ ਉਹਨਾਂ ਨੇ ਕੋਈ ਦਿੱਤਾ ਸੀ ਉਹਦੇ ਤੇ ਮੰਥਨ ਤਾਂ ਹੋਣਾ ਚਾਹੀਦਾ। ਮੰਥਨ ਹੋ ਕੇ ਫੈਸਲਾ ਹੋ ਚੁੱਕਿਆ ਵੀ ਇਹ ਘੱਟੋ ਘੱਟ ਰਿਪੀਲ ਤੋਂ ਥੱਲੇ ਸਾਡਾ ਕੋਈ ਫੈਸਲਾ ਨਹੀਂ ਹੈ। ਅਸੀਂ ਅੱਜ ਇਹ ਫੈਸਲਾ ਹੀ ਸੁਣਾਉਣ ਚੱਲੇ ਹਾਂ। ਇਹ ਇਸੇ ਕਰਕੇ ਆ ਕਿਉਂਕਿ ਗੱਲ ਇਹ ਵੀ ਆ, ਨਰਿੰਦਰ ਤੋਮਰ ਨੇ ਇਹ ਵੀ ਕਿਹਾ ਸੀ ਬਾਅਦ ਦੇ ਵਿੱਚ ਜਿਹੜੇ ਹੈਗੇ ਆ ਕੁਝ ਜਿਹੜੇ ਜਦੋਂ ਉਹਨਾਂ ਨੇ ਦੱਸੀਆਂ ਗੱਲਾਂ ਵੀ MSP ਦੇ ਉੱਤੇ ਜਾਂ ਕਾਨੂੰਨਾਂ ਬਾਰੇ ਵੀ ਬਾਅਦ ਦੇ ਵਿੱਚ ਵੀ ਆਪਾਂ ਦੇਖਾਂਗੇ ਜਿਹੜੇ ਇਹ ਕਿਸ ਉਹਦੇ ਢੰਗ ਦੇ ਨਾਲ ਚੱਲ ਰਿਹਾ ਮੋਰਚਾ। ਇਹ ਉਸ ਚੀਜ਼ ਦਾ ਜਥੇਬੰਦੀਆਂ ਦੇ ਉੱਤੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਵੀ ਆ ਵੀ ਜੇ ਅਸੀਂ ਬਿਨਾਂ ਰੱਦ ਕਰਵਾਏ ਤੋਂ ਵਾਪਸ ਚੱਲ ਗਏ ਤੇ ਕੱਲ੍ਹ ਨੂੰ ਸਾਡੇ ਕੁਛ ਨਾ ਕੁਛ ਸਰਕਾਰ ਸਾਡੇ ਖਿਲਾਫ ਮੋਰਚਾ ਖੋਲ੍ਹ ਕੇ ਬੈਠ ਗਈ ਤੇ ਲੋਕਾਂ ਨੇ ਸਾਡੇ ਨਾਲ ਖੜਨਾ ਨਹੀਂ। ਜੇ ਪ੍ਰੈਸ਼ਰ ਹੁੰਦਾ ਤਾਂ 120 ਦਿਨ ਪਹਿਲਾਂ ਘਰੋਂ ਕਿਉਂ ਨਿਕਲਦੇ? ਜੇ ਅਸੀਂ ਆਪਦੀ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਆਪਦੇ ਹੱਕ ਲੈਣ ਲਈ ਆਈ ਆ, ਕੋਈ ਪ੍ਰੈਸ਼ਰ ਨਹੀਂ ਹੈਗਾ ਇਹਨਾਂ ਤੇ। ਇਹ ਆਪਦੇ ਹੱਕ ਲੈਣ ਲਈ ਗੱਲ ਕਰ ਰਹੇ ਆ। ਇੱਥੇ ਇਹ ਜਿਹੜੀਆਂ ਗੱਲਾਂ ਤੁਸੀਂ ਪੁੱਛ ਰਹੇ ਹੋ ਇਹ ਰਾਜਨੀਤਿਕ ਹੁੰਦੀਆਂ ਨੇ ਵੀ ਲੋਕ ਕੀ ਸੋਚਣਗੇ। ਅਸੀਂ ਕਿਹੜਾ ਵੋਟਾਂ ਲੈਣੀਆਂ ਜਾ ਕੇ, ਰਾਜਨੀਤੀ ਪਾਰਟੀਆਂ ਨੇ ਵੋਟਾਂ ਲੈਣੀਆਂ ਹੁੰਦੀਆਂ। ਅਸੀਂ ਆਪਣੇ ਹੱਕ ਲੈਣੇ ਨੇ। ਫੂਲ ਸਾਹਿਬ ਇਹੀ ਕਹਿ ਕੇ ਗਏ ਆ ਜੀ। ਹਾਂਜੀ, ਵੀ ਵੋਟਾਂ ਥੋੜ੍ਹੀ ਲੈਣੀਆਂ ਤੇ ਨਹੀਂ, ਫੂਲ ਸਾਹਿਬ ਕਹਿੰਦੇ ਵੀ ਇਹ ਵੀ ਪ੍ਰੈਸ਼ਰ ਹੈ ਸਾਡੇ ਤੇ ਵੀ ਜੇ ਅਸੀਂ ਬਿਨਾਂ ਉਹ ਤੋਂ ਚੱਲ ਗਏ ਤੇ ਲੋਕ ਕਹਿਣਗੇ ਵੀ ਤੁਸੀਂ ਪ੍ਰਸਤਾਵ ਮੰਨ ਕੇ ਆ ਗਏ, ਜੇ ਹੁਣ ਤੁਹਾਡੇ NIA ਤੁਹਾਨੂੰ ਜਾਂ ਕਿਸੇ ਤਰ੍ਹਾਂ ਦੇ ਨੋਟਿਸ ਆ ਰਹੇ ਆਪੇ ਭੁਗਤੋ। ਨਹੀਂ, ਇਹ ਜੀ ਗੱਲ ਉਹਨਾਂ ਨੇ ਕੋਈ ਗੱਲ ਕਹੀ ਹੋਣੀ, ਉਹਨਾਂ ਦਾ ਵਿਚਾਰ ਹੋਣਗੇ। ਜਿਨ੍ਹਾਂ ਦੇ ਵਿਚਾਰ ਹੋ ਸਕਦੇ ਆਪਾਂ ਕਨਫਲਿਕਟ ਨਹੀਂ ਕਰਦੇ। ਅਸੀਂ ਜਿਹੜੀ ਜਥੇਬੰਦੀਆਂ ਸੰਯੁਕਤ ਮੋਰਚੇ ਤੌਰ ਤੇ ਇਹ ਫੈਸਲਾ ਲੈ ਚੁੱਕੇ ਹਾਂ ਵੀ ਬਿਨਾਂ ਰਿਪੀਲ ਕਰਾਏ ਨਹੀਂ ਵਾਪਸ ਜਾਣਾ। ਇਹ ਹਰ ਇੱਕ ਸਾਡੀ ਜਥੇਬੰਦੀ ਦੀ ਗੱਲ ਨਹੀਂ, ਹਰ ਇੱਕ ਕਿਸਾਨ ਦੀ ਆਵਾਜ਼ ਵੀ ਇਹੀ ਹੈ ਵੀ ਜੇ ਕਾਨੂੰਨ ਬਣੇ ਸੀ ਘਰੋਂ ਤਿਆਰ ਕਰਕੇ ਕਿਸਾਨਾਂ ਨੂੰ ਲੈ ਕੇ ਆਏ ਆ ਤਾਂ ਰਿਪੀਲ ਕਰਾਉਣ ਵਾਸਤੇ ਲੈ ਕੇ ਆਏ ਨਾ। ਜਦੋਂ ਜਿਹੜੀਆਂ ਇੰਨੀਆਂ ਜਥੇਬੰਦੀਆਂ ਇੰਨੀ ਦਿਨ ਸੰਘਰਸ਼ ਕਰ ਰਹੀਆਂ ਉਹ ਰਿਪੀਲ ਪਿੱਛੇ ਕਰ ਰਹੀਆਂ ਨੇ। ਇਹ ਰਿਪੀਲ ਦੀ ਗੱਲ ਤੁਸੀਂ ਕਰ ਰਹੇ ਹੋ, ਮਤਲਬ ਕਿ ਜੇ ਸਰਕਾਰ ਉਹ ਵੀ ਰੱਦ ਵੀ ਕਰ ਦਿੰਦੀ ਪਰ ਇੱਕ ਗੱਲ ਤਰੀਕੇ ਦੇ ਨਾਲ ਰੱਦ ਕਰਦੀ ਹੈ ਵੀ ਰੱਦ ਹੋ ਗਏ ਪੂਰੀ ਤਰ੍ਹਾਂ, ਪਰ ਬਾਹਰ ਜਾ ਕੇ ਇਸ ਤਰ੍ਹਾਂ ਨਾ ਕਰਿਓ। ਦੱਸਿਓ ਇਹ ਜਿਹੀ ਗੱਲ ਕੁਝ ਹੋ ਸਕਦੀ ਹੈ? ਨਹੀਂ, ਪੂਰੀ ਤਰ੍ਹਾਂ ਉਹਨੂੰ ਕਿ ਡਰ ਰਿਪੀਲ ਕੀਤਾ ਮੰਨ ਜਾਣ। ਉਹ ਇਹ ਤੁਸੀਂ ਇਹ ਵੀ ਤਾਂ ਗੱਲ ਕਹਿ ਰਹੇ ਵੀ ਹੈਂਕੜ ਭਰਿਆ ਹੰਕਾਰ। ਗੱਲ ਤਾਂ ਉਹੀ ਆ ਗਈ ਜਿਹੜੇ ਚੁਟਕਲੇ ਚੱਲਦੇ ਪਏ ਆ ਵੀ ਦਿੱਤਾ ਸੀ ਪਜਾਮਾ ਬਣਾਤਾ ਕੱਛਾ, ਹੁਣ ਉਹ ਕੱਛੇ ਦੀ ਸਿਫਤਾਂ ਦੱਸੀ ਜਾਂਦੇ ਨੇ। ਜੇ ਉਹ ਕੱਛੇ ਬਣਾ ਬੈਠੇ ਤਾਂ ਆ ਕੇ ਗਲਤੀ ਮੰਨ ਲੈਣ। ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਸਰਕਾਰ ਤੋਂ ਇਹ ਗਲਤੀ ਹੋ ਗਈ, ਕਿੱਡੀ ਵੱਡੀ ਗੱਲ ਆ। ਮਾਪੇ ਵੀ ਆਪਣੇ ਬੱਚਿਆਂ ਤੋਂ ਜੇ ਗਲਤੀ ਹੋ ਜਾਏ ਤਾਂ ਗਲਤੀ ਮੰਨ ਲੈਂਦੇ ਹੁੰਦੇ। ਗਲਤੀ ਮੰਨਣ 'ਚ ਵੱਡਾ ਹੁੰਦਾ, ਛੋਟਾ ਨਹੀਂ ਹੁੰਦਾ। ਨਰਿੰਦਰ ਤੋਮਰ ਦੇ ਨਾਲ ਗੱਲਬਾਤ ਜਿਹੜੀ ਹੈਗੀ ਹੈ, ਗ੍ਰਹਿ ਮੰਤਰੀ ਆਪਣੇ ਘਰ ਬੁਲਾਉਂਦੇ ਆ, ਉਹਨਾਂ ਦੀ ਮੀਟਿੰਗ ਹੁੰਦੀ ਹੈ। ਕੀ ਲੱਗਦਾ ਵੀ ਅੱਜ ਦੀ ਮੀਟਿੰਗ ਦੇ ਲਈ ਕੁਝ ਕਹਿ ਕੇ ਭੇਜਿਆ ਗਿਆ? ਭੱਜੇ ਫਿਰਦੇ ਆ ਜੀ, ਜਿਹੜੀਆਂ ਪਈਆਂ ਹੋਈਆਂ ਉਹਨਾਂ ਦੀਆਂ ਚੀਕਾਂ ਨਿਕਲੀਆਂ ਪਈਆਂ। ਹੁਣ ਕਿਤੇ ਤਾਂ ਆਵਾਜ਼ ਬੋਲਣੀ ਆ, ਉੱਪਰ ਜਾ ਕੇ ਚੀਕਾਂ ਮਾਰਦੇ ਰੋਂਦੇ ਹੋਣੇ ਆ ਵੀ ਭਾਈ ਸਾਨੂੰ ਬਚਾਓ ਹੁਣ ਕਿਸੇ ਤਰੀਕੇ ਨਾਲ। ਉਹ ਬਚਾਉਣ ਦੀ ਨੀਤੀ ਆ ਸਾਡੀ। ਅਟਲ ਖੜੇ ਆ, ਕਿਸਾਨ ਪੱਕੇ ਤੌਰ ਤੇ ਬੈਠੇ ਜਦ ਤੱਕ ਇਹ ਰਿਪੀਲ ਨਹੀਂ ਹੁੰਦੇ। ਭੱਜੇ ਪਏ ਆ, ਸਰਕਾਰ ਘਬਰਾਈ ਹੋਈ ਹੈ। ਘਬਰਾਈ ਹੋਈ ਸਰਕਾਰ ਜਾਂ ਤਾਂ ਗੋਡੇ ਟੇਕੇਗੀ ਜਾਂ ਕੁਝ ਹਲਚਲ ਗਲਤ ਕਰ ਸਕਦੀ ਹੈ। 26 ਦੀ ਪਰੇਡ ਵੀ ਹੈ ਜੀ, ਕਿਸ ਤਰ੍ਹਾਂ ਵੇਖਦੇ ਹੋ? ਅਸੀਂ ਐਲਾਨ ਕਰ ਚੁੱਕੇ ਹਾਂ, ਕਿਸਾਨ ਪਰੇਡ ਹੋਊਗੀ, ਅਵਸ਼ ਹੋਊਗੀ। ਪੁਲਿਸ ਕਹਿੰਦੀ ਨਾ ਕਰੋ ਨਾ ਕਰੋ।
ਨਹੀਂ, ਉਹ ਲਾਅ ਐਂਡ ਆਰਡਰ ਮੇਨਟੇਨ ਕਰਨਾ ਉਹਨਾਂ ਦਾ ਕੰਮ ਆ, ਨਾ ਕਰਨ ਦਾ ਕੀ ਕੰਮ ਆ। ਸੜਕਾਂ 'ਤੇ ਘੁੰਮਣ ਦਾ ਫੰਡਾਮੈਂਟਲ ਰਾਈਟ ਨਹੀਂ ਸਾਡਾ, ਸੰਘਰਸ਼ ਕਰਨ ਦਾ ਰਾਈਟ ਹੈ ਨਹੀਂ, ਜਾਂ ਕਨਸਟੀਟਿਊਸ਼ਨ ਪੜ੍ਹ ਲੈਣ ਫਿਰ ਉਹ। ਜੇ ਸ਼ਾਂਤਮਈ ਅੰਦੋਲਨ ਕਰਨਾ ਗਲਤ ਆ, ਫਿਰ ਕਾਨੂੰਨ ਦੇ ਵਿੱਚ ਕਿਉਂ ਲਿਖਿਆ ਹੋਇਆ ਵੀ ਸ਼ਾਂਤਮਈ ਅੰਦੋਲਨ ਕਰ ਸਕਦੇ ਆ? ਡੈਮੋਕ੍ਰੇਸੀ ਆ, ਡਿਕਟੇਟਰਸ਼ਿਪ ਨਹੀਂ ਹੈ। ਕੋਈ ਸਾਨੂੰ ਇੱਦਾਂ ਦਾ ਗਲਤੀ ਨਾਲ ਰੋਕ ਰਿਹਾ ਤਾਂ ਕਾਨੂੰਨ ਆਪ ਤੋੜ ਰਿਹਾ, ਅਸੀਂ ਨਹੀਂ ਤੋੜ ਰਹੇ। ਸਾਡਾ ਹੱਕ ਆ ਅੰਦੋਲਨ ਕਰਨਾ। ਅਸੀਂ ਆਪਣੀਆਂ ਸੜਕਾਂ, ਸਰਕਾਰ ਦੀ ਸੜਕਾਂ 'ਤੇ ਸ਼ਾਂਤਮਈ ਤਰੀਕੇ ਨਾਲ ਆਪਣਾ ਪਰੇਡ ਕਰਨਾ ਚਾਹੁੰਦੇ ਆ, ਆਪ ਦੀ ਝਾਕੀ ਦਿਖਾਉਣਾ ਚਾਹੁੰਦੇ ਆ। ਜਿਹੜਾ ਇੰਡੀਆ ਤੇ ਭਾਰਤ ਦਾ ਡਿਫਰੈਂਸ ਆ ਉਹ ਦਿਖਾਉਣਾ ਚਾਹੁੰਦੇ ਆ। ਇਹ ਇੰਡੀਆ ਬੈਠਾ ਸਾਰਾ ਦਿੱਲੀ ਦੇ ਵਿੱਚ, ਇਹ ਦੇਖ ਲਵੇ ਭਾਰਤ ਕਿੱਥੇ ਬੈਠਾ ਵਾ। ਤੇ ਅੱਜ ਮੀਟਿੰਗ ਹੋਣ ਜਾ ਰਹੀ, ਫਿਰ ਦਿੱਲੀ ਪੁਲਿਸ ਦੇ ਨਾਲ ਹੋਊਗੀ ਅੱਜ? ਹਾਂਜੀ, ਅੱਜ ਹੋਈ ਹੈ, ਸਵੇਰੇ ਮੀਟਿੰਗ ਹੋਊਗੀ, ਕੱਲ ਵੀ ਹੋਈ ਸੀਗੀ। ਅਸੀਂ ਉਹਨਾਂ ਨੂੰ ਪ੍ਰਪੋਜ਼ਲ ਦਿੱਤਾ ਹੋਇਆ ਵੀ ਆਊਟਰ ਰਿੰਗ ਰੋਡ ਸਾਨੂੰ ਦਿੱਤੀ ਜਾਵੇ ਖਾਲੀ ਕਰਕੇ, ਤੇ ਅਸੀਂ ਆਪਣੀ ਪਰੇਡ ਕਰਨਾ ਚਾਹੁੰਦੇ ਹਾਂ। ਅੱਛਾ, ਇਹਦੇ ਨਾਲ ਮਤਲਬ ਕਿ ਕੋਈ ਇਹ ਸਹਿਮਤੀ ਨਹੀਂ ਆ ਵੀ ਜੇ ਪੁਲਿਸ ਕਹੇਗੀ ਵੀ ਚਲੋ ਇੱਧਰ ਆਹ ਵਾਲੀ ਰੋਡ ਤੇ ਕਰ ਲਓ, ਤੁਸੀਂ ਜਿੱਥੇ ਆਪਣੀ ਮੰਗ ਰੱਖ ਚੁੱਕੇ ਆ ਜੀ, ਉਹੀ ਉਹਨਾਂ ਨੂੰ ਸੜਕ ਉਹੀ ਫਾਈਨਲ ਆ। ਉੱਥੇ ਹੀ ਸਾਡਾ ਜਿੰਨਾ ਸਾਡਾ ਕਿਸਾਨ ਆਉਣਾ ਉੱਥੇ ਹੀ ਸਮਾਉਣਾ ਵਾ। ਅਸੀਂ ਛੋਟੀਆਂ ਗਲੀਆਂ 'ਚ ਫੜ ਕੇ ਕੀ ਕਰਨਾ ਫਿਰ? ਜਿਹੜੀ ਸਾਡੀ ਵੱਡੀ ਸੜਕ ਆ, ਆਊਟਰ ਰਿੰਗ ਰੋਡ ਆ, ਜਦੋਂ ਸਾਡਾ ਕਿਸਾਨ ਹੀ ਇੰਨਾ ਆ ਰਿਹਾ ਵੀ ਉਹ 'ਚ ਸਮਾਉਣ ਦੀ, ਉਹਨਾਂ ਨੂੰ ਇਹ ਫਿਕਰ ਆ, ਕਹਿੰਦਾ ਇਹਦੇ ਤੋਂ ਵੀ ਵੱਧ ਹੋ ਜਾਣਾ। ਆਪ ਉਹਨਾਂ ਨੇ ਪੁਲਿਸ ਨੇ ਮੰਨਿਆ ਸਾਡੇ ਕੋਲ, ਜੇ ਆਪ ਮੰਨਿਆ ਤਾਂ ਉਹ ਆਪ ਦੱਸ ਦੇਣ ਸਰਕਾਰਾਂ ਵੀ ਰੋਸ ਕਿੰਨਾ ਕਿਸਾਨਾਂ ਦੇ ਵਿੱਚ। ਹਰਜੀਤ ਗਰੇਵਾਲ ਕਹਿੰਦੇ ਵੀ ਅਸੀਂ 2 ਕਦਮ ਚੱਲ ਰਹੇ ਆ, ਇਹ 1 ਕਦਮ ਵੀ ਨਹੀਂ ਪੁੱਟ ਰਹੇ ਜੀ। ਅਸੀਂ ਇੱਕ ਵੀ ਨਹੀਂ ਪੁੱਟਣਾ, ਉਹਨਾਂ ਨੂੰ ਪੁੱਟ ਕੇ ਆਉਣਾ ਪੈਣਾ। ਗਲਤੀ ਉਹਨਾਂ ਨੇ ਕੀਤੀ ਆ, ਜਿਹੜਾ ਗਲਤ ਹੁੰਦਾ ਉਹਨੇ ਆਉਣਾ। ਸੱਚ ਤੇ ਝੂਠ ਦੀ ਲੜਾਈ ਆ ਇਹ। ਤੇ ਉਹ ਕਹਿੰਦੇ ਜੇ ਇਹ 40 ਜਥੇਬੰਦੀਆਂ ਬੋਲੀ ਜਾਂਦੀਆਂ, 114 ਉਹ ਵੀ ਜਥੇਬੰਦੀਆਂ ਜਿਹੜੀਆਂ ਇਹਨਾਂ ਦਾ ਸਮਰਥਨ ਕਰ ਰਹੀਆਂ ਨੇ। ਕਿਹੜੀਆਂ? ਦਸੰਬਰ 'ਚ ਬਣੀਆਂ ਨੇ, ਜਿਹੜੀਆਂ ਹੁਣ ਸਰਦੀ ਜਨਵਰੀ 'ਚ ਬਣਾਈਆਂ ਨੇ, ਉਹੀ ਨੇ ਜਥੇਬੰਦੀਆਂ। ਜਿਹੜੀ ਸੰਘਰਸ਼ੀਲ ਜਥੇਬੰਦੀਆਂ ਉਹ ਸਾਰੀਆਂ ਇੱਥੇ ਬੈਠੀਆਂ ਨੇ। ਸੋ ਬਿਲਕੁਲ ਜੀ, ਕਿਸਾਨ ਆਗੂਆਂ, ਕਿਸਾਨ ਜਥੇਬੰਦੀਆਂ ਨੇ ਸਪਸ਼ਟ ਕੀਤਾ ਹੋਇਆ, ਔਰ ਉਹਨਾਂ ਨੇ ਕਿਹਾ ਵੀ ਇਹ ਜੋ ਇੱਟ ਵਰਗਾ ਨਹੀਂ ਹੈ, ਇਹ ਪੱਥਰ ਵਰਗਾ ਪੱਕਾ ਹੈ। ਇੱਟ ਫੇਰ ਵੀ ਕੱਚੀ ਨਿਕਲੇ ਹੁੰਦੀ ਹੈ, ਪਰ ਪੱਥਰ ਵਾਂਗ ਅਸੀਂ ਚਟਾਨ ਵਾਂਗ ਖੜੇ ਹਾਂ, ਇੱਕੋ ਗੱਲ ਤੇ ਖੜੇ ਹੋਏ ਹਾਂ ਵੀ ਉਹ ਇਹੀ ਗੱਲ ਹੈ ਵੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਾਂਗੇ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ। ਮੇਰਾ ਨਾਮ ਨੀਲਮ ਹੈ, ਮੇਰੇ ਘਰ ਵਾਲੇ ਦਾ ਨਾਮ ਸਰਦਾਰ ਸੂਬਾ ਸਿੰਘ ਆ। ਅਸੀਂ ਪਿੰਡ ਆਲੇਵਾਲ ਦੇ ਰਹਿਣ ਵਾਲੇ ਹਾਂ, ਫਿਰੋਜ਼ਪੁਰ, ਜ਼ਿਲ੍ਹਾ ਫਿਰੋਜ਼ਪੁਰ। ਤੇ ਮੇਰੇ ਕੈਂਸਰ ਹੋ ਗਿਆ ਸੀ 2000 ਵਿੱਚ, ਤੇ ਮੈਂ ਪੀਜੀਆਈ ਚੰਡੀਗੜ੍ਹ ਤੋਂ ਇਲਾਜ ਕਰਵਾਇਆ ਸੀ ਜੀ। ਉੱਥੋਂ ਆਪਰੇਸ਼ਨ ਕੀਤਾ ਉਹਨਾਂ ਨੇ, ਮੇਰਾ ਆਪਰੇਸ਼ਨ ਕਰਤਾ, ਤੇ ਇਲਾਜ ਤੋਂ ਬਾਅਦ ਮੈਂ 2 ਸਾਲ ਬਾਅਦ ਫਿਰ ਕੈਂਸਰ ਫੁੱਟ ਪਿਆ। ਫਿਰ ਮੈਨੂੰ ਇਹਨਾਂ ਨੇ ਦੱਸਿਆ ਰਮਸਟੈਟੀ ਵਾਲਿਆਂ ਦਾ, ਫਿਰ ਮੈਂ ਇੱਥੇ ਚਲੀ ਗਈ, ਤੇ ਇੱਥੇ ਮੈਨੂੰ ਜਾਂਦਿਆਂ ਉਹਨਾਂ ਨੇ 8 ਦਿਨ ਦੀ ਦਵਾਈ ਦਿੱਤੀ, ਤੇ 8 ਦਿਨ ਬਾਅਦ ਮੈਨੂੰ ਥੋੜ੍ਹਾ ਫਰਕ ਪੈਣਾ ਸ਼ੁਰੂ ਹੋ ਗਿਆ। ਕਿ ਮੈਨੂੰ ਪਹਿਲਾਂ ਐਂ ਸੀਗਾ ਕਿ ਵੀ ਨਹੀਂ ਬਚਦੀ, ਫਿਰ ਮੁੜ ਕੇ ਜਦੋਂ ਇਹਨਾਂ ਦਵਾਈ ਦਿੱਤੀ ਉਹਦੇ ਨਾਲ ਮੈਨੂੰ ਬਹੁਤ ਫਰਕ ਪੈ ਗਿਆ। 8 ਦਿਨਾਂ 'ਚ ਥੋੜ੍ਹਾ ਜਿਹਾ ਪੈਣਾ ਫਰਕ ਹੋ ਗਿਆ। 3 ਮਹੀਨੇ ਦਾ ਇਲਾਜ ਸੀ ਇਹਨਾਂ ਦਾ, ਵੀ 3 ਮਹੀਨੇ ਅਸੀਂ ਦਵਾਈ ਖਵਾਵਾਂਗੇ ਫਿਰ ਠੀਕ ਕਰਾਂਗੇ ਤੈਨੂੰ। ਉਹ 3 ਮਹੀਨਿਆਂ ਦੇ ਵਿੱਚੋਂ ਵੀ ਮੈਂ 8 ਦਿਨ ਘੱਟ ਹੀ ਖਾਧੀ ਦਵਾਈ, ਤੇ ਮੈਂ ਠੀਕ ਹੋ ਗਈ ਬਿਲਕੁਲ। ਫਿਰ ਮੈਂ ਇੱਥੋਂ ਬਾਗੀ ਤੋਂ ਕਰਵਾਇਆ, CT ਸਕੈਨ ਕਰਵਾਈ, ਸਾਰੇ ਟੈਸਟ ਦੁਬਾਰਾ ਕਰਵਾਏ ਵੀ ਕੈਂਸਰ ਹੋ ਫਿਰ ਰਿਹਾ ਤਾਂ ਨਹੀਂ ਗਿਆ ਕਿਤੇ। ਉਹ ਕਹਿੰਦੇ ਨਹੀਂ ਜੀ ਹੁਣ ਤੂੰ ਬਿਲਕੁਲ ਠੀਕ ਆ।